देखो किस तरह की इन्हें बॉन्ड बनानी आ हाइड्रोजन के नाल H2E टाइप। ठीक है, H2E टाइप। E कौन आ? ऑक्सीजन भी हो सकता, सल्फर भी हो सकता, सेलेनियम हो सकता, टलेनियम हो सकता। पोलोनियम की आप गल नहीं करते क्योंकि वो रेडियो एक्टिव है। लास्ट मैंबर जिहड़ा है ग्रुप का वो रेडियो एक्टिव है, इस करके उसदे बारे बहुती आप गल नहीं करनी हैगी। ज्यादातर अपने जिहड़े हुण चारां दे नाल डिस्कशन चलनी आ। ओके, फिर ये तो पता लग गया। फिर इस तो बाद ਇਹਦੇ ਵਿੱਚ ਆਉਂਦਾ ਸਭ ਤੋਂ ਪਹਿਲਾ ਕੁਐਸਚਨ ਆਉਂਦਾ ਇਹਦੇ ਨਾਲ ਰਿਲੇਟਡ ਬੌਂਡ ਐਂਗਲ ਦਾ। ਵੈਰੀ ਇੰਪੋਰਟੈਂਟ ਕੁਐਸਚਨ ਹੁੰਦਾ ਆ ਬੌਂਡ ਐਂਗਲ। ਸ਼ੇਪ ਆਪਾਂ ਡਿਸਕਸ ਕਰਦੇ ਆ। ਵਾਟਰ ਦੀ ਸ਼ੇਪ, ਆਕਸੀਜਨ ਜਿਹੜਾ H2O ਆ ਉਹ ਕੀ ਆ? ਵਾਟਰ ਵਾ ਨਾ, ਤੇ ਉਹਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਆ? ਬੈਂਟ ਸ਼ੇਪ ਹੁੰਦੀ ਆ। ਹਾਈਡਰੋਜਨ ਤੇ ਉੱਪਰ ਇਹਦੇ ਦੋ ਲੋਨ ਪੇਅਰ ਹੁੰਦੇ ਆ। ਆ ਇਹਨਾਂ ਦੇ ਵਿੱਚ ਐਸ ਬੌਂਡ ਐਂਗਲ ਦੀ ਗੱਲ ਕਰਦੇ ਕਿ ਇਹਦਾ ਬੌਂਡ ਐਂਗਲ ਕਿੰਨਾ ਹੁੰਦਾ? 104.5 ਡਿਗਰੀ। ਠੀਕ ਹੈ, ਤੇ ਜਿਹੜਾ ਬੌਂਡ ਐਂਗਲ ਆ ਕੰਟੀਨਿਊਸਲੀ ਕੀ ਹੋ ਰਿਹਾ? ਡਿਕਰੀਜ਼ ਕਰ ਰਿਹਾ ਆ। ਮਤਲਬ ਟੌਪ ਟੂ ਬਾਟਮ ਬੌਂਡ ਐਂਗਲ ਜਿਹੜਾ ਆ ਡਿਕਰੀਜ਼ਸ, ਘਟਦਾ ਜਾਂਦਾ ਆ, ਥੱਲੇ ਨੂੰ ਘਟੀ ਜਾਂਦਾ ਆ। ਜਿੱਦਾਂ ਜਿੱਦਾਂ ਆਪਾਂ ਆਕਸੀਜਨ ਤੋਂ ਸਲਫਰ ਵਾਲਾ ਮੂਵ ਕੀਤੇ 92.1 ਹੋ ਗਿਆ, ਤੇ ਸਲੇਨੀਅਮ ਕੋਲ ਗਏ 91 ਹੋ ਗਿਆ, ਤੇ ਟਲੇਨੀਅਮ ਕੋਲ ਗਏ 90 ਹੋ ਗਿਆ। ਮਤਲਬ ਇਸ ਤਰ੍ਹਾਂ ਬੌਂਡ ਐਂਗਲ ਘਟੀ ਜਾਂਦਾ। ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਇਸ ਤਰ੍ਹਾਂ ਬੌਂਡ ਐਂਗਲ ਡਿਕਰੀਜ਼ ਕਿਉਂ ਕਰਦਾ? ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ। ਬਾय द बॉन्ड एंगल फॉर H2O and H2S and H2SC H2TE decreases from top to bottom। क्यों घटिया? ਉਹਦਾ ਰੀਜ਼ਨ ਕੀ ਆ? ਇਲੈਕਟ੍ਰੋਨੈਗੇਟਿਵਿਟੀ। ਉਹਦਾ ਰੀਜ਼ਨ ਸਿੰਪਲ ਕੀ ਆ? ਇਲੈਕਟ੍ਰੋਨੈਗੇਟਿਵਿਟੀ। ऑक्सीजन ਤੁਹਾਨੂੰ ਪਤਾ ਜ਼ਿਆਦਾ ਇਲੈਕਟ੍ਰੋਨੈਗੇਟਿਵ ਆ। ਠੀਕ ਆ, ऑक्सीजन ਜ਼ਿਆਦਾ ਇਲੈਕਟ੍ਰੋਨੈਗੇਟਿਵ ਹੋਣ ਕਰਕੇ, ਧਿਆਨ ਨਾਲ ਸਮਝੋ, ऑक्सीजन ਜ਼ਿਆਦਾ ਇਲੈਕਟ੍ਰੋਨੈਗੇਟਿਵ ਹੋਣ ਕਰਕੇ ਜਿਹੜੇ ਹੁਣ ਆ ਮੈਂ ਇੱਧਰ ਬਣਾਉਣਾ ਦੁਬਾਰਾ ਫਿਰ ऑक्सीजन ਤੇ ਹਾਈਡਰੋਜਨ ਦੇ ਬੌਂਡ ਬਣਾਉਣਾ, ਤੇ ਜਿਹੜਾ ਇਹਨਾਂ ਦੇ ਵਿੱਚ ਆ ਬੇਸਿਕਲੀ ਇਹਨਾਂ ਦੇ ਜਿਹੜਾ ਸ਼ੇਅਰਡ ਪੇਅਰ ਆਫ ਇਲੈਕਟ੍ਰੋਨ ਸੈਂਟਰ ਤੇ ਹੋਣਾ ਚਾਹੀਦਾ ਸੀਗਾ। ਇੱਥੇ ਹੋਣਾ ਚਾਹੀਦਾ ਸੀਗਾ ਨਾ, ਸੈਂਟਰ ਤੇ ਹੋਣਾ ਚਾਹੀਦਾ। ਆਕਸੀਜਨ ਦਾ ਹਾਈਡਰੋਜਨ ਦੇ ਨਾਲ ਸੈਂਟਰ ਤੇ ਇਲੈਕਟ੍ਰੋਨ ਹੋਣਾ ਚਾਹੀਦਾ ਸੀਗਾ। ਇਸ ਆਕਸੀਜਨ ਦਾ ਹਾਈਡਰੋਜਨ ਦੇ ਨਾਲ ਸੈਂਟਰ ਤੇ ਇਲੈਕਟ੍ਰੋਨ ਹੋਣਾ ਚਾਹੀਦਾ ਸੀਗਾ। ਪਰ ਆਕਸੀਜਨ ਦੀ ਜ਼ਿਆਦਾ ਇਲੈਕਟ੍ਰੋਨੈਗੇਟਿਵਿਟੀ ਦੇ ਕਾਰਨ ਇਹ ਜਿਹੜਾ ਇਲੈਕਟ੍ਰੋਨ ਆ ਸੈਂਟਰ ਤੋਂ ਸ਼ਿਫਟ ਹੋ ਗਿਆ ਕਿੱਧਰ ਨੂੰ? ਆਕਸੀਜਨ ਵੱਲ ਨੂੰ। ਜਦੋਂ ਆਕਸੀਜਨ ਵੱਲ ਨੂੰ ਸ਼ਿਫਟ ਹੋਇਆ, ਹੁਣ ਬੌਂਡ ਪੇਅਰ ਕਿੱਥੇ ਪਿਆ? ਆ ਪਿਆ। ਦੋਨੇ ਬੌਂਡ ਪੇਅਰ ਇੱਕ ਦੂਜੇ ਦੇ ਕੀ ਹੋ ਗਏ? ਧਿਆਨ ਨਾਲ ਦੇਖੋ, ਆ ਬੌਂਡ ਪੇਅਰ ਆਕਸੀਜਨ ਦਾ ਸਾਈਜ਼ ਕੀ ਆ? ਛੋਟਾ ਆ। ਸਾਈਜ਼ ਕੀ ਆ ਆਕਸੀਜਨ ਦਾ? ਛੋਟਾ, ਸਾਈਜ਼ ਸਮਾਲ ਆ। ਠੀਕ ਹੈ, ਆਕਸੀਜਨ ਦਾ ਸਾਈਜ਼ ਛੋਟਾ ਹੈ, ਇਸ ਕਰਕੇ ਜਿਹੜੇ ਬੌਂਡ ਪੇਅਰ ਆ ਉਹ ਇੱਕ ਦੂਜੇ ਦੇ ਕੀ ਹੋ ਗਏ? ਨੇੜੇ ਹੋ ਗਏ। ਜਦੋਂ ਨੇੜੇ ਹੋ ਗਏ ਤਾਂ ਫਿਰ ਇੱਥੇ ਕੀ ਹੋਇਆ? ਬੌਂਡ ਪੇਅਰ ਰਿਪਲਸ਼ਨ ਉਹ ਕੀ ਹੋ ਗਈ? ਇਨਕਰੀਜ਼ ਕਰ ਗਈ। ਬੌਂਡ ਪੇਅਰ ਰਿਪਲਸ਼ਨ ਜਿਹੜੀ ਆ ਉਹ ਇਨਕਰੀਜ਼ ਹੋ ਗਈ, ਵੱਧ ਗਈ। ਠੀਕ ਆ, ਤੇ ਇਸ ਰਿਪਲਸ਼ਨ ਨੂੰ ਮਿਨੀਮਾਈਜ਼ ਕਰਨ ਦੇ ਲਈ ਇਹ ਜਿਹੜਾ ਫਿਰ ਇਹ ਵਾਲਾ ਹਿੱਸਾ ਆ ਥੋੜਾ ਜਿਹਾ ਖੁੱਲ ਗਿਆ। ਖੁੱਲਣ ਦੇ ਨਾਲ ਫਿਰ ਜਿਹੜਾ ਐਂਗਲ ਆ ਉਹ ਕਿੰਨਾ ਬਣ ਗਿਆ? 104.5 ਡਿਗਰੀ ਦਾ। ਆ ਚੀਜ਼ ਪਤਾ ਲੱਗੇ? ਇਹ ਆ ਰੀਜ਼ਨ। ਔਨ ਦੀ ਅਦਰ ਹੈਂਡ ਜੇ ਸਲਫਰ ਦੀ ਗੱਲ ਕਰੀਏ, ਸਲਫਰ ਦੇ ਕੇਸ ਦੇ ਵਿੱਚ ਸਲਫਰ ਜਿਹੜਾ ਹੈ ਘੱਟ ਇਲੈਕਟ੍ਰੋਨੈਗੇਟਿਵ ਆ। ਜੇ ਘੱਟ ਇਲੈਕਟ੍ਰੋਨੈਗੇਟਿਵ ਤੇ ਇੱਥੇ ਮੈਂ ਹਾਈਡਰੋਜਨ ਰੱਖੇ, ਇਹਨਾਂ ਦੇ ਜਿਹੜੇ ਇਲੈਕਟ੍ਰੋਨ ਇੱਥੇ ਸੈਂਟਰ 'ਚ ਆ। ਠੀਕ ਆ, ਘੱਟ ਇਲੈਕਟ੍ਰੋਨੈਗੇਟਿਵ ਆ, ਬਹੁਤੇ ਨਹੀਂ ਸ਼ਿਫਟ ਹੋਣੇ ਸੈਂਟਰ ਤੋਂ, ਵੀ ਥੋੜੇ ਜਿਹੇ ਹੋਣੇ ਆ। ਜੇ ਥੋੜੇ ਜਿਹੇ ਆ ਤੇ ਸਲਫਰ ਦਾ ਸਾਈਜ਼, ਆਕਸੀਜਨ ਦਾ ਸਾਈਜ਼ ਮੰਨ ਲਓ ਇੰਨਾ ਕਾ ਛੋਟਾ ਜਿਹਾ, ਸਲਫਰ ਦਾ ਸਾਈਜ਼ ਥੋੜਾ ਜਿਹਾ ਵੱਡਾ ਹੋ ਗਿਆ। ਠੀਕ ਹੈ, ਜਦੋਂ ਸਲਫਰ ਦਾ ਸਾਈਜ਼ ਵੱਡਾ ਹੋ ਗਿਆ ਤੇ ਉੱਪਰ ਦੀ ਇਹ ਸ਼ਿਫਟ ਨਹੀਂ ਹੋਏ, ਸੈਂਟਰ ਤੇ ਹੀ ਰਹੇ ਆ, ਤਾਂ ਇਹ ਇੱਕ ਦੂਜੇ ਦੇ ਨੇੜੇ ਨਹੀਂ ਆਏ। ਮਤਲਬ ਸਲਫਰ ਦੇ ਕੇਸ ਦੇ ਵਿੱਚ ਜਿਹੜੇ ਬੌਂਡ ਪੇਅਰ ਆ ਉਹ ਇੱਕ ਦੂਜੇ ਦੇ ਨੇੜੇ ਨਹੀਂ ਆਏ। ਇਹਦਾ ਮਤਲਬ ਇਸ ਕੇਸ ਦੇ ਵਿੱਚ ਕੀ ਹੋਇਆ? ਲੈਸ ਬੌਂਡ ਪੇਅਰ ਰਿਪਲਸ਼ਨ। मतलब सल्फर के केस दे विच बॉन्ड पेयर पल्शन की है घट आ ते बॉन्ड पेयर पल्शन घट होने करके ये खुले नहीं ये उत्थे ही रहे
ਇਸੇ ਕਰਕੇ ਜਿਹੜਾ ਹੁਣ ਦੇਖੋ ਧਿਆਨ ਨਾਲ ਸਮਝੋ, ਹੁਣ ਮੇਰੇ ਹੱਥਾਂ ਦੀ ਮੂਵਮੈਂਟ ਨੂੰ ਦੇਖਿਓ, ਉਂਗਲੀਆਂ ਦੀ ਮੂਵਮੈਂਟ ਨੂੰ। ਆ ਮੰਨ ਲਓ ਤੁਹਾਡੇ ਕੋਲ ਇੱਥੇ ਹਾਈਡਰੋਜਨ ਆ, ਇੱਥੇ ਆਕਸੀਜਨ ਆ, ਇਹਦੇ ਟੌਪ ਤੇ, ਇਹਦੇ ਇੱਧਰ ਇੱਥੇ ਹਾਈਡਰੋਜਨ ਆ, ਆਕਸੀਜਨ ਦੇ ਟੌਪ ਇਸ ਤਰ੍ਹਾਂ ਆ, ਠੀਕ ਆ। ਆਕਸੀਜਨ ਦੇ ਵਿੱਚ ਜਿਹੜੇ ਇਲੈਕਟ੍ਰੋਨ, ਧਿਆਨ ਨਾਲ ਸਮਝਿਓ, ਉਦਾਂ ਇੱਥੇ ਸੈਂਟਰ ਤੇ ਹੋਣੇ ਚਾਹੀਦੇ ਤਿੰਨ ਡਾਟ, ਤਿੰਨ ਨਿਸ਼ਾਨ ਹੁੰਦੇ ਨਾ ਤੁਹਾਡੀ ਉਂਗਲੀਆਂ ਤੇ। ਹੁਣ ਇਹਨਾਂ ਨਿਸ਼ਾਨਾਂ ਨੂੰ ਦੇਖ ਕੇ ਸਮਝੋ ਕਿ 3 ਡਾਟ ਹੁੰਦੇ ਆ। ਜੇ ਹੁਣ ਬਿਲਕੁਲ ਇਲੈਕਟ੍ਰੋਨੈਗੇਟਿਵਿਟੀ ਆਕਸੀਜਨ ਦੀ ਨਾ ਹੁੰਦੀ ਤਾਂ ਜਿਹੜੇ ਬੌਂਡ ਪੇਅਰ ਕਿੱਥੇ ਹੋਣੇ ਸੀਗੇ ਹਾਈਡਰੋਜਨ ਤੇ ਆਕਸੀਜਨ ਦੇ, ਉਹ ਸੈਂਟਰ ਤੇ ਹੋਣੇ ਸੀ, ਆ ਵਿਚਕਾਰ ਵਾਲੇ ਡਾਟ ਤੇ, ਵਿਚਕਾਰ ਵਾਲੇ ਨਿਸ਼ਾਨ ਤੇ, ਠੀਕ ਆ। ਪਰ ਇਲੈਕਟ੍ਰੋਨੈਗੇਟਿਵਿਟੀ ਦੇ ਕਰਕੇ ਇਹ ਕਿੱਧਰ ਨੂੰ ਮੂਵ ਕਰਕੇ ਆਕਸੀਜਨ ਵੱਲ, ਮਤਲਬ ਫਰਸਟ ਨਿਸ਼ਾਨ ਤੇ ਪਹੁੰਚ ਗਏ। ਇੱਥੇ ਜਦੋਂ ਇੱਥੇ ਪਹੁੰਚੇ ਤਾਂ ਫਿਰ ਇੱਥੇ ਇਹ ਨੇੜੇ ਜ਼ਿਆਦਾ ਹੋ ਗਏ। ਨੇੜੇ ਜ਼ਿਆਦਾ ਹੋਣ ਕਰਕੇ ਉਸ ਉੱਥੇ ਰਿਪਲਸ਼ਨ ਬਹੁਤ ਜ਼ਿਆਦਾ ਹੋਈ। ਰਿਪਲਸ਼ਨ ਜ਼ਿਆਦਾ ਹੋਣ ਕਰਕੇ ਇਹਦਾ ਜਿਹੜਾ ਮੂੰਹ ਹੈ ਇਸ ਤਰ੍ਹਾਂ ਖੁੱਲ ਗਿਆ ਤੇ ਫਿਰ ਬੌਂਡ ਐਂਗਲ ਕੀ ਹੋ ਗਿਆ, ਵੱਡਾ ਹੋ ਗਿਆ। ਅੰਡਰਸਟੈਂਡ। ਪਰ ਜੇ ਸਲਫਰ ਦੀ ਗੱਲ ਕਰੀਏ, ਸਲਫਰ ਦੇ ਵਿੱਚ ਇਹ ਇੱਥੇ ਹੀ ਰਹੇ ਆ, ਸਲਫਰ ਦੇ ਵਿੱਚ ਇਹ ਇੱਥੇ ਹੀ ਰਹੇ ਆ, ਸੈਂਟਰ ਤੇ ਰਹੇ ਆ, ਥੋੜੇ ਜਿਹੇ ਸ਼ਿਫਟ ਹੋਏ ਆ, ਜ਼ਿਆਦਾ ਨਹੀਂ ਹੋਏ, ਤਾਂ ਫਿਰ ਉਹਦਾ ਸਾਈਜ਼ ਵੀ ਵੱਡਾ। ਜੇ ਸਾਈਜ਼ ਵੀ ਵੱਡਾ, ਠੀਕ ਆ, ਤਾਂ ਫਿਰ ਧਿਆਨ ਨਾਲ ਦੇਖੋ, ਜੇ ਇੱਥੇ ਰਹੇ ਆ, ਸਾਈਜ਼ ਵੱਡਾ ਆ, ਤਾਂ ਫਿਰ ਇਹ ਖੁੱਲਣ ਦੀ ਬਜਾਏ ਇੱਧਰ ਨੂੰ ਜਾ ਸਕਦਾ ਆ, ਠੀਕ ਆ। ਧਿਆਨ ਨਾਲ ਸਮਝੋ। ਜੇ ਹੁਣ ਆਪਣੇ ਹੱਥਾਂ ਦੇ ਨਾਲ ਪ੍ਰੈਕਟਿਸ ਕਰਕੇ ਦੇਖਿਓ ਕਿ ਜੇ ਇਲੈਕਟ੍ਰੋਨ ਇੱਥੇ ਆ ਤਾਂ ਫਿਰ ਉਹ ਜ਼ਿਆਦਾ ਨੇੜੇ ਲੱਗਣੇ ਆ, ਉਸ ਨੇੜੇ ਰਿਪਲਸ਼ਨ ਜ਼ਿਆਦਾ ਹੋਣੀ ਹੈ। ਜੇ ਰਿਪਲਸ਼ਨ ਜ਼ਿਆਦਾ ਹੋਣੀ ਫਿਰ ਉਹਨੂੰ ਖੁੱਲਣਾ ਪੈਣਾ, ਠੀਕ ਆ। ਇਸ ਕਰਕੇ ਬੌਂਡ ਐਂਗਲ ਵੱਡਾ ਹੋ ਜਾਣਾ। ਪਰ ਜੇ ਆਪਾਂ ਗੱਲ ਕਰੀਏ ਸੈਂਟਰ ਤੇ ਆ, ਜੇ ਐਟਮ ਮਤਲਬ ਇਲੈਕਟ੍ਰੋਨ ਜਿਹੜੇ ਆ ਬੌਂਡ ਪੇਅਰ ਦੇ ਆ ਉਹ ਸੈਂਟਰ ਤੇ ਆ, ਤਾਂ ਫਿਰ ਉੱਥੇ ਰਿਪਲਸ਼ਨ ਘੱਟ ਵਾ, ਮਤਲਬ ਕਿਉਂਕਿ ਦੂਰ ਉਹ ਆਲਰੇਡੀ ਹੈਗੇ ਆ। ਇਸ ਕਰਕੇ ਖੁੱਲਣ ਦੀ ਬਜਾਏ ਉਹ ਸ਼ਰਿੰਕ ਕਰ ਗਏ, ਖੁੱਲਣ ਦੀ ਬਜਾਏ ਉਹ ਸ਼ਰਿੰਕ ਕਰ ਗਏ। ਇਸੇ ਕਰਕੇ ਵਾਟਰ ਦੇ ਵਿੱਚ ਜਿਹੜਾ ਬੌਂਡ ਐਂਗਲ ਕਿੰਨਾ ਹੈ, 104.5 ਡਿਗਰੀ ਦਾ, ਜਦ ਕਿ ਸਲਫਰ ਦੇ ਕੇਸ ਦੇ ਵਿੱਚ ਜਿਹੜਾ ਬੌਂਡ ਐਂਗਲ ਉਹ ਕਿੰਨਾ ਆ, 92.1 ਡਿਗਰੀ ਦਾ ਆ। ਇਦਾਂ ਹੀ ਡਾਊਨ ਜਿੱਦਾਂ ਜਿੱਦਾਂ ਆਪਾਂ ਜਾਈ ਜਾਂਦੇ ਉਦਾਂ ਦਾ ਸਾਈਜ਼ ਵੀ ਵੱਡਾ ਹੋ ਜਾਂਦਾ ਤੇ ਇਲੈਕਟ੍ਰੋਨੈਗੇਟਿਵਿਟੀ ਵੀ ਘਟੀ ਜਾਂਦੀ ਹੈ, ਜਿਹਦੇ ਕਰਕੇ ਜਿਹੜਾ ਹੈ ਬੌਂਡ ਐਂਗਲ ਖੁੱਲਣ ਦੀ ਬਜਾਏ ਕਿੱਧਰ ਨੂੰ ਜਾ ਰਿਹਾ, ਸ਼ਰਿੰਕ ਹੋ ਰਿਹਾ ਆ। ਇਸ ਕਰਕੇ ਬੌਂਡ ਐਂਗਲ ਛੋਟਾ ਹੋ ਰਿਹਾ ਆ। ਉਮੀਦ ਹੈ ਕਿ ਟੌਪਿਕ ਸਮਝ ਲੱਗ ਗਿਆ ਹੁਣ। ਵੈਰੀ ਵੈਰੀ ਇੰਪੋਰਟੈਂਟ ਟੌਪਿਕ ਆ। ਇਨ ਕੇਸ ਨਾ ਸਮਝ ਲੱਗੇ ਫਿਰ ਦੁਬਾਰਾ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਓਕੇ ਰਾਜੇ, ਹੁਣ ਆਪਾਂ ਅਗਲਾ ਟੌਪਿਕ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਕੁਐਸਚਨ ਜੋ +1 ਦਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੁੰਦਾ ਸੀਗਾ ਸਾਡੇ ਕੋਲ। H2O is liquid while H2S is gas at room temperature। ਮਤਲਬ ਜਿਹੜਾ ਵਾਟਰ ਆ, ਪਾਣੀ ਆ, ਉਹ ਲਿਕੁਇਡ ਹੁੰਦਾ ਆ, ਪਰ H2S ਜਿਹੜੀ ਆ ਗੈਸ ਹੁੰਦੀ ਆ। ਕਿਉਂ? ਰੂਮ ਟੈਂਪਰੇਚਰ ਦੇ ਉੱਤੇ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੁੰਦਾ ਸੀ +1 ਦੇ ਵਿੱਚ, ਤੇ ਹੁਣ ਵੀ ਵੈਰੀ ਇੰਪੋਰਟੈਂਟ ਆ, ਪੇਪਰ ਦੇ ਵਿੱਚ ਆ ਸਕਦਾ, +2 ਦੇ ਵਿੱਚ ਵੀ। ਤੇ ਕੀ ਕਾਰਨ ਆ ਦੱਸੋ? H2O is liquid ਕਿਉਂਕਿ, ਵੈਰੀ ਗੁੱਡ, ਬੋਲੋ ਬੋਲੋ, ਡਿਊ ਟੂ ਹਾਈਡਰੋਜਨ ਬੌਂਡਿੰਗ। ਆ ਸਪੈਸ਼ਲ ਚੀਜ਼ ਹੈ ਇਹਦੇ ਵਿੱਚ, ਹਾਈਡਰੋਜਨ ਬੌਂਡਿੰਗ। ਵਾਟਰ ਦੇ ਕੇਸ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੁੰਦੀ ਹੈ। ਹਾਈਡਰੋਜਨ ਬੌਂਡਿੰਗ ਆਪਾਂ ਡਿਸਕਸ ਕਰ ਲੈਂਦੇ ਹਾਂ ਕਿਸ ਤਰ੍ਹਾਂ ਹੁੰਦੀ ਆ। ਇੱਥੇ ਆਕਸੀਜਨ, ਹਾਈਡਰੋਜਨ, ਹਾਈਡਰੋਜਨ, ਪਾਰਸ਼ੀਅਲ ਪੋਜ਼ਿਟਿਵ ਚਾਰਜ, ਪਾਰਸ਼ੀਅਲ ਪੋਜ਼ਿਟਿਵ ਚਾਰਜ, ਇਹਦੇ ਤੇ ਪਾਰਸ਼ੀਅਲ ਨੈਗੇਟਿਵ ਚਾਰਜ। ਇੱਥੇ ਹੀ ਦੂਸਰਾ ਵਾਟਰ ਦਾ ਮੋਲੀਕਿਊਲ ਆ, ਇਹਦੇ ਤੇ ਪਾਰਸ਼ੀਅਲ ਨੈਗੇਟਿਵ, ਇਹਦੇ ਤੇ ਪਾਰਸ਼ੀਅਲ ਪੋਜ਼ਿਟਿਵ, ਪਾਰਸ਼ੀਅਲ ਪੋਜ਼ਿਟਿਵ। ਇੱਕ ਦਾ ਜਿਹੜਾ ਪਾਰਸ਼ੀਅਲ ਨੈਗੇਟਿਵ ਆ ਉਹ ਦੂਜੇ ਦੇ ਪਾਰਸ਼ੀਅਲ ਪੋਜ਼ਿਟਿਵ ਦੇ ਨਾਲ ਡਾਟ ਦੇ ਨਾਲ ਬੌਂਡ ਬਣਾਈਦੀ ਆ, ਤੇ ਬੌਂਡ ਕਿਹੜੀ ਹੁੰਦੀ ਆ? ਹਾਈਡਰੋਜਨ ਬੌਂਡਿੰਗ ਦੀ ਹੁੰਦੀ ਆ। ਇਸ ਤਰ੍ਹਾਂ ਵਾਟਰ ਦੇ ਜਿਹੜੇ ਮੋਲੀਕਿਊਲ ਆ ਉਹ ਆਪਸ ਦੇ ਵਿੱਚ ਹਾਈਡਰੋਜਨ ਬੌਂਡਿੰਗ ਬਣਾ ਕੇ ਬੈਠੇ ਹੁੰਦੇ ਆ। ਕਿਉਂ? ਕਿਉਂਕਿ ਹਾਈਡਰੋਜਨ ਬੌਂਡਿੰਗ ਬਣਾਉਣ ਦੇ ਲਈ 3 ਕੰਡੀਸ਼ਨਾਂ ਹੁੰਦੀਆਂ ਆ। ਫਰਸਟ ਕੰਡੀਸ਼ਨ ਕੀ ਹੁੰਦੀ ਆ? ਜਿਹੜੀ ਬੌਂਡ ਆ ਉਹ ਹਾਈਡਰੋਜਨ ਐਟਮ ਦੀ ਹੋਣੀ ਚਾਹੀਦੀ ਆ, ਐਟਮ ਦੇ ਨਾਲ ਹੋਣੀ ਚਾਹੀਦੀ ਹੈ, ਪਹਿਲੀ ਕੰਡੀਸ਼ਨ। ਦੂਜੀ ਕੰਡੀਸ਼ਨ, ਜੇ ਹਾਈਡਰੋਜਨ ਐਟਮ ਦੀ ਬੌਂਡ ਜਿਹੜੀ ਆ ਫਿਰ ਹਾਈਲੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੇ ਨਾਲ ਬਣੀ ਹੋਣੀ ਚਾਹੀਦੀ ਆ। ਹਾਈਲੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਕਿਹੜੇ ਆ ਦੁਨੀਆ ਦੇ ਉੱਤੇ? ਨਾਈਟ੍ਰੋਜਨ,
ਆਕਸੀਜਨ ਤੇ ਫਲੋਰੀਨ, ਇਹਨਾਂ ਤਿੰਨਾਂ ਦੇ ਵਿੱਚੋਂ ਜਦੋਂ ਵੀ ਹਾਈਡਰੋਜਨ ਦੀ ਬੌਂਡ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨਾਲ ਬਣਨੀ ਆ ਤਾਂ ਉਦੋਂ ਹਮੇਸ਼ਾ ਉਹਦੇ ਵਿੱਚ ਕਿਹੜੀ ਬੌਂਡ ਬਣਨੀ ਆ, ਉਹਦੇ ਮੋਲੀਕਿਊਲਸ ਦੇ ਵਿੱਚ ਇੱਕ ਮੋਲੀਕਿਊਲ ਦੇ ਵਿੱਚ ਤੇ ਦੂਜੇ ਮੋਲੀਕਿਊਲ ਦੇ ਵਿੱਚ ਕਿਹੜੀ ਬੌਂਡ ਬਣਨੀ ਆ, ਹਾਈਡਰੋਜਨ ਬੌਂਡਿੰਗ ਬਣਨੀ। ਜਿਸ ਤਰ੍ਹਾਂ ਵਾਟਰ ਦੇ ਗੈਸ ਦੇ ਵਿੱਚ ਹਾਈਡਰੋਜਨ ਬੌਂਡਿੰਗ, ਇੱਕ ਆ H2O ਦਾ ਇੱਕ ਮੋਲੀਕਿਊਲ ਆ, H2O ਦਾ ਦੂਜਾ ਮੋਲੀਕਿਊਲ, ਇਹਨਾਂ ਦੇ ਵਿੱਚ ਜਿਹਦੇ ਕਰਕੇ ਆਪਸ ਦੇ ਵਿੱਚ ਜੁੜ ਜਾਂਦੇ ਆ ਉਹ ਕਿਹੜੀ ਬੌਂਡ ਆ, ਹਾਈਡਰੋਜਨ ਬੌਂਡਿੰਗ ਆ। ਹਾਈਡਰੋਜਨ ਬੌਂਡਿੰਗ ਦਾ ਕਾਰਨ ਕੀ ਆ, ਬੌਂਡ ਵਿਦ ਹਾਈਡਰੋਜਨ ਹੋਣੀ ਚਾਹੀਦੀ ਆ, ਹਾਈਡਰੋਜਨ ਦੇ ਨਾਲ ਆਕਸੀਜਨ ਦੀ ਬੌਂਡ ਹੈਗੀ ਆ, ਪਰ ਕਿਹਦੇ ਨਾਲ, ਹਾਈਡਰੋਜਨ ਦੀ ਬੌਂਡ ਕਿਹਦੇ ਨਾਲ ਹੋਣੀ ਚਾਹੀਦੀ ਆ, ਇਲੈਕਟ੍ਰੋਨੈਗੇਟਿਵ ਐਲੀਮੈਂਟ, ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ। ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਕਿਹੜੇ, ਨਾਈਟ੍ਰੋਜਨ, ਆਕਸੀਜਨ ਤੇ ਫਲੋਰੀਨ, ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਜਾਣਾ ਹੋਣਾ ਚਾਹੀਦਾ ਆ। ਤੀਜਾ ਕੇਸ ਬੇਸਿਕਲੀ ਤੀਜੀ ਕੰਡੀਸ਼ਨ ਆ ਉਹ ਇਹਦੇ ਨਾਲ ਹੀ ਜੁੜੀ ਹੋਈ ਆ, ਪਰ ਫਿਰ ਵੀ ਆਪਾਂ ਲਿਖਦੇ ਆ ਜਿਹੜਾ ਹਾਈਡਰੋਜਨ ਦੇ ਨਾਲ ਅਟੈਚ ਹੋਏਗਾ ਉਹਦਾ ਸਾਈਜ਼ ਕੀ ਹੋਊਗਾ, ਸਮਾਲ ਹੋਊਗਾ, ਸਾਈਜ਼ ਸਮਾਲ, ਠੀਕ ਆ। ਉਹਦਾ ਸਾਈਜ਼ ਕੀ ਹੋਣਾ ਚਾਹੀਦਾ, ਛੋਟਾ ਹੋਣਾ ਚਾਹੀਦਾ ਆ, ਤਾਂ ਫਿਰ ਹਾਈਡਰੋਜਨ ਬੌਂਡਿੰਗ ਬਣਦੀ ਆ, ਠੀਕ ਹੈ। ਹੁਣ ਇਹ ਤਾਂ ਮੈਂ ਸਾਈਜ਼ ਵਾਲਾ ਡਿਸਕਸ ਕਰ ਰਿਹਾ ਕਿਉਂਕਿ ਕਲੋਰੀਨ ਤੇ ਨਾਈਟ੍ਰੋਜਨ ਦੀ ਇਲੈਕਟ੍ਰੋਨੈਗੇਟਿਵਿਟੀ ਸੇਮ ਹੁੰਦੀ ਆ, ਪਰ ਕਲੋਰੀਨ ਹਾਈਡਰੋਜਨ ਬੌਂਡਿੰਗ ਨਹੀਂ ਬਣਾ ਪਾਉਂਦਾ ਹੈਗਾ, ਪਰ ਨਾਈਟ੍ਰੋਜਨ ਹਾਈਡਰੋਜਨ ਬੌਂਡਿੰਗ ਬਣਾ ਪਾਉਂਦਾ ਆ। ਕਿਉਂ, ਕਿਉਂਕਿ ਜਿਹੜਾ ਨਾਈਟ੍ਰੋਜਨ ਦਾ ਸਾਈਜ਼ ਆ ਉਹ ਛੋਟਾ ਆ, ਕਲੋਰੀਨ ਦਾ ਸਾਈਜ਼ ਵੱਡਾ ਆ, ਠੀਕ ਆ। ਇਹ ਚੀਜ਼ ਆ, ਜਦੋਂ ਵੀ ਆ ਤਿੰਨਾਂ ਐਟਮਾਂ ਦੇ ਵਿੱਚੋਂ ਮਤਲਬ ਨਾਈਟ੍ਰੋਜਨ, ਆਕਸੀਜਨ ਤੇ ਫਲੋਰੀਨ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਹਾਈਡਰੋਜਨ ਦੀ ਬੌਂਡ ਬਣੇਗੀ ਤਾਂ ਉਦੋਂ ਹਮੇਸ਼ਾ ਹਾਈਡਰੋਜਨ ਬੌਂਡਿੰਗ ਬਣਦੀ ਆ। ਹਾਈਡਰੋਜਨ ਬੌਂਡਿੰਗ ਬਣਨ ਦੇ ਨਾਲ ਇਹ ਹਾਈਡਰੋਜਨ ਬੌਂਡਿੰਗ ਵੈਨ ਡਰ ਵਾਲ ਫੋਰਸਸ ਦੇ ਨਾਲੋਂ ਸਟਰੋਂਗ ਬੌਂਡ ਹੁੰਦੀ ਆ। ਇਸ ਕਰਕੇ ਜਿਹੜੇ ਇਹਦੇ ਇੱਕ ਵਾਟਰ ਦਾ ਮੋਲੀਕੂਲ, ਪੂਰਾ ਇੱਕ ਵਾਟਰ ਦਾ ਮੋਲੀਕੂਲ ਆ, ਦੂਜਾ ਵਾਟਰ ਦਾ ਮੋਲੀਕੂਲ, ਦੋਨੇ ਕੀ ਹੋ ਗਏ, ਇੱਕ ਦੂਜੇ ਦੇ ਕਲੋਜ਼ ਹੋ ਗਏ। ਕਲੋਜ਼ ਹੋਣ ਕਰਕੇ ਇਹ ਕਿਹੜੇ ਵਿੱਚ ਚੇਂਜ ਹੋ ਗਿਆ, ਲਿਕੁਇਡ ਦੇ ਵਿੱਚ। ਜਦ ਕਿ H2S ਦੇ ਮਤਲਬ ਜੇ ਇਹਨੂੰ ਡਿਸਕਸ ਕਰਨਾ ਹੋਵੇ ਡਿਊ ਟੂ ਦਾ ਪ੍ਰੈਜ਼ੈਂਸ ਆਫ ਹਾਈਡਰੋਜਨ ਬੌਂਡਿੰਗ, ਨਾਲ ਇਸ ਤਰ੍ਹਾਂ ਸਟਰਕਚਰ ਬਣਾ ਦੇਣਾ ਇਨ ਕੇਸ ਆਫ ਵਾਟਰ ਜਾਂ ਇਨ ਕੇਸ ਆਫ H2O, ਠੀਕ ਹੈ। the H2O is liquid at room temperature, but in the case of H2S there is no hydrogen bonding, only ਕਿਹੜੀ ਫੋਰਸ ਹੁੰਦੀ ਜਿਹੜੀ ਇਹਨੂੰ ਆਪਸ ਦੇ ਵਿੱਚ ਜੋੜਦੀ ਹੈ, ਵੀਕ ਵੈਨ ਡਰ ਵਾਲ ਫੋਰਸਸ। H2S ਕੇਸ ਦੇ ਵਿੱਚ ਸਿਰਫ ਔਰ ਸਿਰਫ ਵੀਕ ਵੈਨ ਡਰ ਵਾਲ ਫੋਰਸਸ ਹੁੰਦੀਆਂ ਜਿਹੜੀਆਂ ਇਹਨੂੰ ਆਪਸ ਦੇ ਵਿੱਚ ਜੋੜ ਕੇ ਰੱਖਦੀਆਂ ਆ। ਇਸੇ ਕਰਕੇ H2S ਜਿਹੜਾ ਆ ਉਹ ਕੀ ਬਣ ਜਾਂਦਾ, ਗੈਸ ਬਣ ਜਾਂਦਾ ਆ। ਓਕੇ, ਅੰਡਰਸਟੈਂਡ। ਹੁਣ ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਵੋਲੈਟਿਲਿਟੀ, ਵੋਲੈਟਾਈਲ ਨੇਚਰ। ਵੋਲੈਟਾਈਲ ਨੇਚਰ ਦਾ ਮਤਲਬ ਹੁੰਦਾ ਆ, ਹੁਣ ਇਹਨੂੰ ਸਮਝੋ ਕੀ ਆ। ਪਹਿਲਾਂ ਪੰਜਾਬੀ ਦੇ ਵਿੱਚ ਲਿਖਣ ਲੱਗਾ, ਜੋ ਜਲਦੀ ਵੇਪਰਸ ਵਿੱਚ ਬਦਲੇ, ਜਾਂ ਕਹਿ ਸਕਦੇ ਆ ਲੋ ਬੋਇਲਿੰਗ ਪੁਆਇੰਟ। ਜਿਹੜੀ ਚੀਜ਼ ਜਲਦੀ ਵੇਪਰ ਚ ਬਦਲਦੀ ਆ ਉਹ ਵੋਲੈਟਾਈਲ ਆ, ਜਾਂ ਜਿਹਦਾ ਬੋਇਲਿੰਗ ਪੁਆਇੰਟ ਲੋ ਆ। ਮਤਲਬ ਦੋਨੇ ਕਨਸੈਪਟ ਤੇ ਇੱਕ ਦੂਜੇ ਨਾਲ ਜੁੜ ਗਏ ਆ, ਠੀਕ ਹੈ। ਜਿਹੜਾ ਜਲਦੀ ਵੇਪਰ ਦੇ ਵਿੱਚ ਕਨਵਰਟ ਹੋਵੇ ਉਹ ਵੋਲੈਟਾਈਲ ਆ। ਹੁਣ ਵਾਟਰ ਦੇ ਵਿੱਚ ਕਿਹੜੀ ਬੌਂਡ ਆ, ਹਾਈਡਰੋਜਨ ਬੌਂਡਿੰਗ। ਵਾਟਰ ਦੇ ਕੇਸ ਦੇ ਵਿੱਚ ਹਾਈਡਰੋਜਨ ਬੌਂਡਿੰਗ ਆ। ਹਾਈਡਰੋਜਨ ਬੌਂਡਿੰਗ ਦੇ ਕਰਕੇ ਉਹਦੇ ਅੰਦਰ ਇੱਕ ਐਕਸਟਰਾ ਜਿਹੜੀ ਆ ਪਾਵਰਫੁਲ ਬੌਂਡ ਬਣੀ ਹੋਈ ਆ, ਠੀਕ ਆ। ਇਸ ਕਰਕੇ ਉਹ ਘੱਟ ਵੋਲੈਟਾਈਲ ਆ, ਲੈਸ ਵੋਲੈਟਾਈਲ ਆ, ਠੀਕ ਹੈ। ਇਸ ਕਰਕੇ ਇਹਦਾ ਆਰਡਰ ਜਿਹੜਾ ਵੋਲੈਟਿਲਿਟੀ ਦਾ ਧਿਆਨ ਨਾਲ ਆਰਡਰ ਦੇਖੋ, H2O ਜਿਹੜਾ ਆ ਉਹਦੇ ਨਾਲੋਂ H2S ਜਿਹੜਾ ਆ ਜ਼ਿਆਦਾ ਵੋਲੈਟਾਈਲ ਹੈ ਨੇਚਰ ਦੇ ਵਿੱਚ, ਠੀਕ ਹੈ। ਜ਼ਿਆਦਾ ਵੋਲੈਟਾਈਲ ਹੈ ਨੇਚਰ ਦੇ ਵਿੱਚ H2S, ਠੀਕ ਆ। ਪਰ ਫਿਰ H2S ਤੋਂ ਬਾਅਦ ਜਿਹੜਾ ਆਰਡਰ ਵਾ ਉਹ ਕੀ ਹੋ ਜਾਂਦਾ ਆ, ਵੋਲੈਟਾਈਲ ਦਾ ਆਰਡਰ ਜਿਹੜਾ ਆ ਉਹ ਕੰਟੀਨਿਊਸਲੀ ਡਿਕਰੀਜ਼ ਕਰ ਰਿਹਾ ਆ, ਠੀਕ ਆ। ਉਹਦਾ ਕਾਰਨ ਕੀ ਆ ਕਿ ਉਹ ਮਤਲਬ ਜਿੱਦਾਂ H2S ਤੋਂ ਬਾਅਦ ਜਿੱਦਾਂ ਆਪਾਂ ਥੱਲੇ ਨੂੰ ਮੂਵ ਕਰੀ ਜਾਂਦੇ ਆ ਡਾਊਨ ਦਾ ਗਰੁੱਪ, ਉਦਾਂ ਜਿਹੜਾ ਇਹਦਾ ਵੇਪਰ ਚ ਕਨਵਰਟ ਹੋਣ ਦੀ ਜਿਹੜੀ ਪਾਵਰ ਉਹ ਘਟੀ ਜਾਂਦੀ ਆ। ਪਹਿਲਾਂ ਹੁਣ ਅੰਡਰਸਟੈਂਡ ਕਰਦੇ ਆ ਬੋਇਲਿੰਗ ਪੁਆਇੰਟ ਕੀ ਹੈ, ਜੋ ਆਪਾਂ ਪਹਿਲੀਆਂ ਵੀਡੀਓਜ਼ ਦੇ ਵਿੱਚ ਵੀ ਡਿਸਕਸ ਕੀਤਾ। ਦੁਬਾਰਾ ਫਿਰ ਕਰਦੇ ਆ। H2O ਮੋਲੀਕਿਊਲ ਆ ਮੇਰੇ ਕੋਲ, ਆ ਦੂਜਾ H2O ਮੋਲੀਕਿਊਲ ਆ, ਇਹਨਾਂ ਦੇ ਵਿੱਚ ਹਾਈਡਰੋਜਨ ਬੌਂਡਿੰਗ ਬਣੀ ਹੋਈ ਹੈ ਇਸ ਤਰ੍ਹਾਂ। ਵੋਲੈਟਾਈਲ ਜਾਂ ਬੋਇਲਿੰਗ ਦੇ ਵਿੱਚ ਕੀ ਆ ਕਿ ਆਪਾਂ ਇਸ ਮੋਲੀਕਿਊਲ ਨੂੰ ਇੱਕ ਦੂਜੇ ਤੋਂ ਸੈਪਰੇਟ ਕਰਨਾ। ਮੋਲੀਕਿਊਲ ਨੂੰ ਨਹੀਂ ਤੋੜਿਆ, ਇੱਕ ਮੋਲੀਕਿਊਲ ਨੂੰ ਦੂਜੇ ਮੋਲੀਕਿਊਲ ਤੋਂ ਵੱਖਰਾ ਕੀਤਾ। ਉਸ ਕਨਸੈਪਟ ਨੂੰ ਅਸੀਂ ਬੋਲਦੇ ਆ ਵੋਲੈਟਾਈਲ ਨੇਚਰ ਜਾਂ ਬੋਇਲਿੰਗ, ਠੀਕ ਆ।
ਹੁਣ ਵਾਟਰ ਦੇ ਕੇਸ ਦੇ ਵਿੱਚ ਐਕਸਟਰਾ ਹਾਈਡਰੋਜਨ ਬੌਂਡਿੰਗ ਹੋਣ ਕਰਕੇ ਇਹਦੀ ਬੌਂਡ ਕੀ ਹੈ, ਐਕਸਟਰਾ ਸਟਰੋਂਗ ਆ। ਐਕਸਟਰਾ ਸਟਰੋਂਗ ਹੋਣ ਕਰਕੇ ਇਹ ਈਜ਼ੀਲੀ ਇਹਨਾਂ ਨੂੰ ਸੈਪਰੇਟ ਕੀਤਾ ਨਹੀਂ ਜਾ ਸਕਦਾ। ਜੇ ਇਹਨਾਂ ਨੂੰ ਈਜ਼ੀਲੀ ਸੈਪਰੇਟ ਨਹੀਂ ਕੀਤਾ ਜਾ ਸਕਦਾ ਤਾਂ ਇਹਦਾ ਮਤਲਬ ਕੀ ਆ ਕਿ ਇਹ ਲੈਸ ਵੋਲਾਟਾਈਲ ਆ। ਮਤਲਬ ਇਸ ਕਰਕੇ H2O ਜਿਹੜਾ ਆ ਲੈਸ ਵੋਲਾਟਾਈਲ ਆ, ਠੀਕ ਹੈ। ਪਰ ਫਿਰ H2S ਤੋਂ ਬਾਅਦ ਡਾਊਨ ਕਿਉਂ ਜਿਹੜਾ ਵੋਲਾਟਾਈਲ ਨੇਚਰ ਘਟੀ ਜਾਂਦਾ? ਕਿਉਂਕਿ ਜਿੱਦਾਂ ਜਿੱਦਾਂ ਆਪਾਂ ਥੱਲੇ ਨੂੰ ਜਾਈ ਜਾਂਦੇ ਆ, ਆਕਸੀਜਨ ਵਾਲਾ ਕੇਸ ਖਤਮ ਕਰ ਦੋ, ਸਲਫਰ ਤੋਂ ਬਾਅਦ ਸਲੇਨੀਅਮ, ਸਲੇਨੀਅਮ ਤੋਂ ਬਾਅਦ ਟਲੇਨੀਅਮ ਜਦੋਂ ਆਪਾਂ ਗਏ ਆ, ਸਲਫਰ ਦਾ ਸਾਈਜ਼ ਛੋਟਾ, ਸਲੇਨੀਅਮ ਦਾ ਸਾਈਜ਼ ਵੱਡਾ, ਟਲੇਨੀਅਮ ਦਾ ਸਾਈਜ਼ ਹੋਰ ਵੱਡਾ। ਜਿੱਦਾਂ ਜਿੱਦਾਂ ਆਪਾਂ ਜਾਈ ਜਾਂਦੇ ਆ ਥੱਲੇ ਨੂੰ, ਉਦਾਂ ਉਦਾਂ ਜਿਹੜਾ ਸੈਂਟਰਲ ਐਟਮ ਆ, ਸੈਂਟਰਲ ਐਟਮ ਕਿਹਨੂੰ ਕਹਿੰਦੇ ਆ? ਇਹਨੂੰ ਸਲਫਰ ਨੂੰ, ਸਲੇਨੀਅਮ ਨੂੰ, ਟਲੇਨੀਅਮ ਨੂੰ ਤੇ ਆਕਸੀਜਨ ਨੂੰ। ਜਿਹੜਾ ਸੈਂਟਰਲ ਐਟਮ ਆ ਉਹਦਾ ਸਾਈਜ਼ ਕੀ ਹੋਈ ਜਾਂਦਾ? ਵੱਡਾ ਹੋਈ ਜਾਂਦਾ। ਜਿੱਦਾਂ ਜਿੱਦਾਂ ਸਾਈਜ਼ ਵੱਡਾ ਹੋਈ ਜਾਣਾ ਉਦਾਂ ਉਦਾਂ ਵੈਂਡਰਵਾਲ ਫੋਰਸਸ ਵੀ ਕੀ ਹੋਈ ਜਾਣੀਆਂ, ਉਹਦੀਆਂ ਸਟਰੋਂਗ ਹੋਈ ਜਾਣੀਆਂ। ਕਿਉਂਕਿ ਵੈਂਡਰਵਾਲ ਫੋਰਸਸ ਕਿਸ ਤੇ ਡਿਪੈਂਡ ਕਰਦੀਆਂ? ਸਾਈਜ਼ ਐਂਡ ਮਾਸ, ਠੀਕ ਆ। ਡਾਊਨ ਦਾ ਗਰੁੱਪ ਜਿੱਦਾਂ ਜਿੱਦਾਂ ਆਪਾਂ ਮੂਵ ਕਰਦੇ ਆ ਉਦਾਂ ਉਦਾਂ ਜਿਹੜੀ ਵੈਂਡਰਵਾਲ ਫੋਰਸਸ ਆ ਉਹ ਵੀ ਕੀ ਹੋ ਜਾਂਦੀਆਂ? ਸਟਰੋਂਗ ਹੋ ਜਾਂਦੀਆਂ। ਮਤਲਬ ਇੱਥੇ ਕੀ ਲਿਖੂਗੇ? ਸਲਫਰ ਟੂ ਟਲੇਨੀਅਮ ਸਾਈਜ਼ ਜਿਹੜਾ ਆ ਇਨਕਰੀਜ਼ ਕਰਦਾ। ਜੇ ਸਾਈਜ਼ ਇਨਕਰੀਜ਼ ਕਰਦਾ ਇਟ ਇੰਪਲਾਈਜ਼ ਵੈਂਡਰਵਾਲ ਫੋਰਸਸ, ਵੈਂਡਰ ਵਾਲ ਫੋਰਸਸ ਉਹ ਵੀ ਇਨਕਰੀਜ਼ ਕਰਦੀਆਂ। ਜਦੋਂ ਉਹ ਇਨਕਰੀਜ਼ ਕਰਦੀਆਂ ਤਾਂ ਬੌਂਡ ਕੀ ਹੋ ਜਾਂਦੀ? ਸਟਰੋਂਗ ਹੋ ਜਾਂਦੀ। ਜੇ ਬੌਂਡ ਸਟਰੋਂਗ ਹੋਊਗੀ ਤਾਂ ਉਹਨੂੰ ਸੈਪਰੇਟ ਕਰਨਾ ਡਿਫਿਕਲਟ ਹੋ ਜਾਣਾ। ਜੇ ਸੈਪਰੇਟ ਕਰਨਾ ਰਾਜੇ ਡਿਫਿਕਲਟ ਆ ਤਾਂ ਇਹਦਾ ਮਤਲਬ ਕੀ ਹੋ ਜਾਣਾ? ਉਹਦਾ ਬੋਇਲਿੰਗ ਪੁਆਇੰਟ ਵੱਧ ਜਾਣਾ। ਬੋਇਲਿੰਗ ਪੁਆਇੰਟ ਵੱਧ ਗਿਆ ਤਾਂ ਫਿਰ ਇਹਦਾ ਮਤਲਬ ਕੀ ਆ ਕਿ ਉਹਦੀ ਵੋਲਾਟਾਈਲਿਟੀ ਜਿਹੜੀ ਆ ਉਹ ਕੀ ਹੋ ਜਾਣੀ? ਘਟ ਜਾਣੀ। ਇਸੇ ਕਰਕੇ ਵੋਲਾਟਾਈਲ ਜਿਹੜਾ ਆ ਉਹ ਇਸ ਆਰਡਰ ਦੇ ਵਿੱਚ ਹੁੰਦਾ ਆ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਇਹਦਾ ਐਸਡੀ ਕਰੈਕਟਰ। ਐਸਡੀ ਕਰੈਕਟਰ ਐਸਡੀ ਕਰੈਕਟਰ ਜਿਹੜਾ ਰਾਜੇ ਐਸਡੀ ਕਰੈਕਟਰ ਆ ਉਸ ਕੇਸ ਦੇ ਵਿੱਚ ਧਿਆਨ ਨਾਲ ਦੇਖੋ। ਐਸਡੀ ਕਰੈਕਟਰ ਕਿਸ ਚੀਜ਼ ਤੇ ਡਿਪੈਂਡ ਕਰਦਾ? ਜਦੋਂ ਵੀ ਹਾਈਡਰੋਜਨ ਵਾਲੀ ਕੇਸ ਆ ਜਾਂਦਾ ਹੈ ਤਾਂ ਆਪਾਂ ਕਹਿੰਦੇ ਆ ਕਿ ਜੋ, ਮੈਂ ਸਿੰਪਲ ਭਾਸ਼ਾ ਦੇ ਵਿੱਚ ਲਿਖਣ ਲੱਗਾ ਪੰਜਾਬੀ ਚ, ਜੋ ਜਲਦੀ H ਪੋਜ਼ਿਟਿਵ ਆਇਨ ਰਿਲੀਜ਼ ਕਰੇ ਉਹ ਕੀ ਆ? ਮੋਰ ਐਸਡੀ ਕਹੂਗਾ, ਠੀਕ ਹੈ। ਜਿਹੜਾ ਜਲਦੀ H ਪੋਜ਼ਿਟਿਵ ਆਇਨ ਦਵੇ ਉਹ ਜ਼ਿਆਦਾ ਐਸਡੀ ਕਾ, ਮੋਰ ਐਸਡੀ ਕਾ, ਠੀਕ ਹੈ। ਹੁਣ ਜਦੋਂ ਅਸੀਂ ਇਸ ਕੁਐਸਚਨ ਨੂੰ ਡਿਸਕਸ ਕਰਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਕਨਫਿਊਜ਼ਨ ਆਉਂਦੀ ਆ। ਉਹ ਕਨਫਿਊਜ਼ਨ ਕੀ ਆਉਂਦੀ ਆ ਕਿ ਤੁਸੀਂ ਮੈਨੂੰ ਇਹ ਕਹਿੰਦੇ ਹੋ ਕਿ ਸਰ ਆ ਜਿਹੜਾ H2O ਆ ਉਹਦੇ ਵਿੱਚ ਆਕਸੀਜਨ ਆ, ਆਕਸੀਜਨ ਜਿਹੜਾ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਆ, ਇਸ ਕਰਕੇ ਆ ਦੇਖੋ ਆਕਸੀਜਨ ਦੀ ਜਦੋਂ ਅਸੀਂ ਇਦਾਂ ਸਟਰਕਚਰ ਬਣਾਇਆ ਵਾਟਰ ਦਾ, ਆਕਸੀਜਨ ਦੇ ਨਾਲ ਹਾਈਡਰੋਜਨ ਦੀ ਬੌਂਡ ਜਿਹੜੀ ਹੈ ਪਾਰਸ਼ੀਅਲ ਪੋਜ਼ਿਟਿਵ ਪਾਰਸ਼ੀਅਲ ਨੈਗੇਟਿਵ ਆ, ਠੀਕ ਹੈ। ਇਹਦਾ ਮਤਲਬ ਇਸ ਕੇਸ ਦੇ ਵਿੱਚ ਹਾਈਡਰੋਜਨ ਨੂੰ ਬਾਹਰ ਕੱਢਣਾ ਈਜ਼ੀ ਆ ਕਿਉਂਕਿ ਇੱਥੇ ਜਲਦੀ H ਪੋਜ਼ਿਟਿਵ ਆਊਗਾ, ਠੀਕ ਆ। ਤੁਸੀਂ ਇਹ ਕਹਿੰਦੇ ਆ ਕਿ ਸਰ ਇਹਦੇ ਵਿੱਚ ਜਲਦੀ H ਪੋਜ਼ਿਟਿਵ ਆਊਗਾ, ਇਹਦਾ ਮਤਲਬ ਵਾਟਰ ਇਜ਼ ਮੋਰ ਐਸਿਡਿਕ ਹੋਊਗਾ, ਪਰ ਇੱਥੇ ਇਹ ਕਨਸੈਪਟ ਨਹੀਂ ਲੱਗਣਾ, ਠੀਕ ਆ। ਇੱਥੇ ਕਿਉਂ ਕਨਸੈਪਟ ਨਹੀਂ ਲੱਗਾ? ਕਿਉਂਕਿ ਆਕਸੀਜਨ ਦਾ ਸਾਈਜ਼ ਛੋਟਾ ਆ, ਆਕਸੀਜਨ ਦਾ ਸਾਈਜ਼ ਛੋਟਾ ਆ, ਇਸ ਕਰਕੇ ਆਕਸੀਜਨ ਜਿਹੜਾ ਆ ਉਹ ਜਲਦੀ ਜਿਹੜਾ H ਪੋਜ਼ਿਟਿਵ ਆਇਨ ਰਿਲੀਜ਼ ਨਹੀਂ ਕਰ ਪਾਉਂਦਾ ਹੈਗਾ, ਠੀਕ ਆ। ਜਦ ਕਿ ਆਕਸੀਜਨ ਤੋਂ ਸਲਫਰ, ਸਲਫਰ ਤੋਂ ਸਲੇਨੀਅਮ, ਸਲੇਨੀਅਮ ਤੋਂ ਟਲੇਨੀਅਮ ਜਦੋਂ ਮੂਵ ਕਰਦੇ ਆ ਉਦੋਂ ਕੀ ਹੁੰਦਾ? ਸਾਈਜ਼ ਜਿਹੜਾ ਆ ਇਨਕਰੀਜ਼ ਕਰੀ ਜਾਂਦਾ, ਸੈਂਟਰਲ ਐਟਮ ਦਾ ਸਾਈਜ਼ ਇਨਕਰੀਜ਼ ਕਰੀ ਜਾਂਦਾ। ਜੇ ਸੈਂਟਰਲ ਐਟਮ ਦਾ ਸਾਈਜ਼ ਇਨਕਰੀਜ਼ ਕਰੀ ਜਾਵੇ, ਆ ਆਕਸੀਜਨ ਦਾ ਸਾਈਜ਼ ਇੰਨਾ, ਸਲਫਰ ਦਾ ਸਾਈਜ਼ ਏਡਾ, ਸਲੇਨੀਅਮ ਦਾ ਸਾਈਜ਼ ਏਡਾ, ਟਲੇਨੀਅਮ ਦਾ ਸਾਈਜ਼ ਹੋਰ ਵੱਡਾ, ਤਾਂ ਫਿਰ ਇਹਦਾ ਮਤਲਬ ਕੀ ਆ ਕਿ ਆ ਦੇਖੋ ਨਿਊਕਲੀਅਸ ਤੋਂ ਜਿਹੜਾ ਆ ਵਾਲਾ ਆ ਬੌਂਡ ਲੈਂਥ ਵਾ ਉਹ ਵਧੀ ਜਾਣੀ ਆ। ਹਾਈਡਰੋਜਨ ਦੀ ਮਤਲਬ ਬੌਂਡ ਲੈਂਥ ਧਿਆਨ ਨਾਲ ਦੇਖੋ, ਬੌਂਡ ਲੈਂਥ ਕੀ ਹੋ ਜਾਂਦੀ? ਕੰਟੀਨਿਊਸਲੀ ਵਧੀ ਜਾਂਦੀ ਆ। ਜਿੱਦਾਂ ਜਿੱਦਾਂ ਸੈਂਟਰਲ ਐਟਮ ਦਾ ਸਾਈਜ਼ ਵੱਡਾ ਹੋਈ ਜਾਂਦਾ, ਸਾਈਜ਼ ਇਨਕਰੀਜ਼ਸ, ਇਟ ਇੰਪਲਾਈਜ਼ ਬੌਂਡ ਲੈਂਥ, ਬੌਂਡ ਲੈਂਥ ਆਲਸੋ ਇਨਕਰੀਜ਼, ਬੌਂਡ ਲੈਂਥ ਹੋਰ ਵੱਧ ਗਈ, ਬੌਂਡ ਲੈਂਥ ਵੱਧ ਗਈ। ਤਾਂ ਧਿਆਨ ਨਾਲ ਸਮਝੋ, ਹੁਣ ਜੇ ਬੌਂਡ ਲੈਂਥ ਜ਼ਿਆਦਾ ਆ, ਹੁਣ ਮੈਂ ਆਹੀ ਇੱਕ ਪੈਨ ਆ ਆਪਣੇ ਕੋਲ ਫੜਿਆ ਹੋਇਆ, ਆ ਇੰਨੇ ਸਾਈਜ਼ ਦਾ ਆ, ਏਡੇ ਸਾਈਜ਼ ਦਾ ਆ, ਇਹਨੂੰ ਮੈਂ ਇੱਥੋਂ ਬ੍ਰੇਕ ਕਰਨਾ ਹੋਵੇ ਟੁੱਟ ਜਾਣਾ ਇਹਨੇ ਈਜ਼ੀਲੀ, ਠੀਕ ਆ, ਕਿਉਂਕਿ ਇਹਦਾ ਸਾਈਜ਼ ਵੱਡਾ ਆ। ਪਰ ਜੇ ਮੈਂ ਹੁਣ ਇਹਨੂੰ
ਇਹਦੇ ਕੈਪ ਦਾ ਸਾਈਜ਼ ਛੋਟਾ ਹੋ ਗਿਆ। ਜੇ ਇਹਨੂੰ ਮੈਂ ਇਸ ਤਰ੍ਹਾਂ ਬ੍ਰੇਕ ਕਰਨਾ ਹੋਵੇ ਉਹ ਟੁੱਟੇਗਾ ਨਹੀਂ। ਕਿਉਂ? ਇਹੀ ਚੀਜ਼ ਇਹਦੇ ਵਿੱਚ ਆ ਕਿ ਜੇ ਬੌਂਡ ਲੈਂਥ ਵੱਡੀ ਆ, ਜੇ ਬੌਂਡ ਲੈਂਥ ਇਨਕਰੀਜ਼ ਹੋ ਗਈ ਆ ਤਾਂ ਬੌਂਡ ਨੂੰ ਬ੍ਰੇਕ ਕਰਨਾ ਕੀ ਹੋ ਜਾਣਾ? ਬੌਂਡ ਬ੍ਰੇਕ ਵਿਲ ਬੀ ਈਜ਼ੀ। ਬੌਂਡ ਜਿਹੜੀ ਆ ਬ੍ਰੇਕ ਕਰਨੀ ਈਜ਼ੀ ਆ। ਜੇ ਬੌਂਡ ਬ੍ਰੇਕ ਕਰਨੀ ਈਜ਼ੀ ਆ ਤਾਂ ਇਹਦਾ ਮਤਲਬ H ਪੋਜ਼ਿਟਿਵ ਆਇਨ ਈਜ਼ਲੀ ਰਿਲੀਜ਼ ਹੋਏਗਾ, ਈਜ਼ਲੀ ਬਾਹਰ ਜਾਏਗਾ। ਠੀਕ ਆ? ਇਹਦਾ ਮਤਲਬ ਕਹਿਣ ਦਾ ਭਾਵ ਕੀ ਆ ਕਿ ਆ ਜਲਦੀ H ਪੋਜ਼ਿਟਿਵ ਆਇਨ ਦਵੇਗਾ ਐਜ਼ ਕੰਪੇਅਰ ਟੂ ਇਹਦੇ, ਐਜ਼ ਕੰਪੇਅਰ ਟੂ ਇਹਦੇ ਤੇ ਐਜ਼ ਕੰਪੇਅਰ ਟੂ ਇਹਦੇ। ਮਤਲਬ ਟਲੇਨੀਅਮ ਜਿਹੜਾ ਆ ਬਹੁਤ ਜਲਦੀ H ਪੋਜ਼ਿਟਿਵ ਆਇਨ ਦਊਗਾ ਕਿਉਂਕਿ ਉਹਦੇ ਵਿੱਚ ਉਹਦਾ ਸਾਈਜ਼ ਵੱਡਾ ਆ। ਸਾਈਜ਼ ਵੱਡਾ ਤਾਂ ਬੌਂਡ ਲੈਂਥ ਵੱਡੀ ਆ। ਜੇ ਬੌਂਡ ਲੈਂਥ ਵੱਡੀ ਹੈ ਤਾਂ ਬੌਂਡ ਨੂੰ ਬ੍ਰੇਕ ਕਰਨਾ ਈਜ਼ੀ ਆ। ਇਸ ਕਰਕੇ H ਪੋਜ਼ਿਟਿਵ ਆਇਨ ਉਹਦੇ ਵਿੱਚੋਂ ਜਲਦੀ ਬਾਹਰ ਨਿਕਲਦਾ ਹੈ ਐਜ਼ ਕੰਪੇਅਰ ਟੂ ਵਾਟਰ। ਅੰਡਰਸਟੈਂਡ? ਇਸ ਕਰਕੇ ਇਹਦਾ ਆਰਡਰ ਕੀ ਆ? SD ਕਰੈਕਟਰ ਦਾ ਆਇਆ ਵਾਲਾ। ਉਮੀਦ ਹੈ ਕਿ ਸਮਝ ਲੱਗ ਗਿਆ ਹੋਣਾ ਟੌਪਿਕ। ਠੀਕ ਹੈ? ਨੈਕਸਟ ਹੈਗਾ ਆ ਸਾਡੇ ਕੋਲ ਜਿਹੜਾ ਟੌਪਿਕ ਆ ਉਹ ਹੈਗਾ ਆ ਥਰਮਲ ਸਟੇਬਿਲਿਟੀ। ਧਿਆਨ ਨਾਲ ਸਮਝੋ ਹੁਣ। ਥਰਮਲ ਸਟੇਬਿਲਿਟੀ। ਥਰਮਲ ਸਟੇਬਿਲਿਟੀ ਕੀ ਆ? ਪਹਿਲਾਂ ਥਰਮਲ ਤੇ ਆਨੇ ਆ। ਥਰਮਲ ਮਤਲਬ ਹੀਟ ਦੇ ਨਾਲ ਰਿਲੇਟਡ ਕਨਸੈਪਟ। ਸਟੇਬਿਲਿਟੀ ਮਤਲਬ ਹੀਟ ਕਰਨ ਤੇ ਜਿਹੜੀ ਚੀਜ਼ ਬ੍ਰੇਕ ਨਾ ਹੋਈ, ਜਲਦੀ ਬ੍ਰੇਕ ਨਾ ਹੋਵੇ, ਗਰਮ ਕੀਤਾ ਉਹਨੂੰ, ਜਲਦੀ ਬ੍ਰੇਕ ਨਹੀਂ ਹੋਈ ਤੇ ਇਹਦਾ ਮਤਲਬ ਕੀ ਉਹ ਥਰਮਲੀ ਸਟੇਬਲ ਆ। ਠੀਕ ਹੈ? ਤੇ ਜਿਹੜੀ ਜਲਦੀ ਬ੍ਰੇਕ ਹੋ ਗਈ ਇਹਦਾ ਮਤਲਬ ਥਰਮਲੀ ਲੈਸ ਸਟੇਬਲ ਆ। ਠੀਕ ਹੈ? ਹੁਣ ਇਹੀ ਚੀਜ਼ ਆਪਾਂ ਇਹਦੇ ਵਿੱਚ ਕਰ ਰਹੇ ਆ। ਧਿਆਨ ਨਾਲ ਦੇਖਿਓ ਹੁਣ। H2O, H2S, H2Se, H2Te। ਠੀਕ ਆ? ਹੁਣ ਇਹਦੀ ਥਰਮਲ ਸਟੇਬਿਲਿਟੀ ਦੀ ਡਿਸਕਸ਼ਨ ਕਰਨੀ ਆ। ਹੁਣ ਧਿਆਨ ਨਾਲ ਪਹਿਲਾਂ ਇੱਕ ਗੱਲ ਹੋਰ ਸਮਝੋ ਕਿ ਬੋਇਲਿੰਗ ਦੇ ਵਿੱਚ ਕੀ ਸੀਗਾ। ਬੋਇਲਿੰਗ ਜਦੋਂ ਕਰਦੇ ਆ ਉਦੋਂ ਕੀ ਆ? H2O ਨੂੰ ਦੂਜੇ H2O ਮੋਲੀਕਿਊਲ ਤੋਂ ਸੈਪਰੇਟ ਕਰਨਾ। ਬੋਇਲਿੰਗ, ਇਹਨੂੰ ਆਪਾਂ ਕੀ ਬੋਲਦੇ ਆ? ਬੋਇਲਿੰਗ। ਠੀਕ ਹੈ? ਜਦੋਂ ਥਰਮਲ ਸਟੇਬਿਲਿਟੀ ਆ ਇਹਦਾ ਮਤਲਬ ਕੀ ਆ ਕਿ H2O ਮੋਲੀਕਿਊਲ ਨੂੰ ਹੀ ਬ੍ਰੇਕ ਕਰਨਾ। ਮਤਲਬ H ਪੋਜ਼ਿਟਿਵ ਪਲੱਸ OH ਨੈਗੇਟਿਵ, ਇਸ ਤਰ੍ਹਾਂ। ਠੀਕ ਹੈ? ਅੰਡਰਸਟੈਂਡ ਹੋ ਗਿਆ ਕਨਸੈਪਟ? ਥਰਮਲ ਦਾ ਮਤਲਬ ਪਤਾ ਲੱਗ ਗਿਆ? ਆ ਕੱਲੀ ਬੋਇਲਿੰਗ ਆ, ਇਹਦੀ ਡਿਸਕਸ਼ਨ ਨਹੀਂ ਹੁਣ ਕਰਨੀ। ਥਰਮਲ ਦਾ ਮਤਲਬ ਕੀ ਆ? ਇੱਕ ਮੋਲੀਕਿਊਲ ਨੂੰ ਉਹਦੇ ਡਿਫਰੈਂਟ ਪਾਰਟਸ ਦੇ ਵਿੱਚ ਬ੍ਰੇਕ ਕਰਨਾ। ਮਤਲਬ ਜਿਹਦਾ ਵਾਟਰ ਆ ਉਹਨੂੰ H ਪੋਜ਼ਿਟਿਵ ਤੇ OH ਨੈਗੇਟਿਵ ਦੇ ਵਿੱਚ ਬ੍ਰੇਕ ਕਰਨਾ। ਜਿਹੜਾ ਜਲਦੀ ਬ੍ਰੇਕ ਹੋ ਜਾਏਗਾ, ਜਿਹੜਾ ਜਲਦੀ ਬ੍ਰੇਕ ਹੋ ਜਾਏਗਾ ਉਹ ਥਰਮਲੀ ਲੈਸ ਸਟੇਬਲ ਆ। ਪਹਿਲਾਂ ਧਿਆਨ ਨਾਲ ਸਮਝੋ। ਜੋ ਜਲਦੀ ਬ੍ਰੇਕ ਹੋਇਆ ਉਹ ਥਰਮਲੀ ਕੀ ਹੋਗਾ? ਲੈਸ ਸਟੇਬਲ ਹੋਏਗਾ। ਠੀਕ ਹੈ? ਕਿਉਂਕਿ ਉਹ ਟੁੱਟ ਗਿਆ। ਠੀਕ ਹੈ? ਲੈਸ ਸਟੇਬਲ ਮਤਲਬ ਉਹ ਟੁੱਟ ਗਿਆ। ਜੋ ਟੁੱਟ ਗਿਆ ਤਾਂ ਇਹਦਾ ਮਤਲਬ ਲੈਸ ਸਟੇਬਲ ਆ। ਹੁਣ ਪੁਰਾਣੇ ਜੋ ਆਪਾਂ ਪਿਛਲਾ ਜਿਹੜਾ ਟੌਪਿਕ ਕੀਤਾ ਸੀ ਉਸੇ ਚੀਜ਼ ਤੇ ਆਨੇ ਆ। ਡਾਊਨ ਦਾ ਗਰੁੱਪ, ਆਕਸੀਜਨ ਤੋਂ ਸਲਫਰ, ਸਲਫਰ ਤੋਂ ਸਿਲੇਨੀਅਮ, ਸਿਲੇਨੀਅਮ ਤੋਂ ਟਲੇਨੀਅਮ ਆਪਾਂ ਮੂਵ ਕਰਦੇ ਆ। ਸਾਈਜ਼ ਕੀ ਹੋਈ ਜਾਂਦਾ? ਸੈਂਟਰਲ ਐਟਮ ਦਾ ਵੱਡਾ, ਆਕਸੀਜਨ ਦਾ ਸਾਈਜ਼ ਇੰਨਾ, ਸਲਫਰ ਦਾ ਐਡਾ, ਸਿਲੇਨੀਅਮ ਦਾ ਇੰਨਾ ਵੀ ਵੱਡਾ, ਟਲੇਨੀਅਮ ਦਾ ਸਾਈਜ਼ ਹੋਰ ਵੱਡਾ। ਤੇ ਜਿਹਦੇ ਕਰਕੇ ਬੌਂਡ ਲੈਂਥ ਆ ਹਾਈਡਰੋਜਨ ਦੀ ਉਹ ਕੀ ਹੋ ਜਾਂਦੀ ਆ? ਇਨਕਰੀਜ਼ ਹੋਈ ਜਾਂਦੀ ਆ। ਜੇ ਬੌਂਡ ਲੈਂਥ ਇਨਕਰੀਜ਼ ਹੋਈ ਜਾਂਦੀ ਆ ਤਾਂ ਫਿਰ ਇਹਨੂੰ ਬੌਂਡ ਨੂੰ ਬ੍ਰੇਕ ਕਰਨਾ ਕੀ ਹੋ ਜਾਣਾ? ਈਜ਼ੀ ਹੋ ਜਾਣਾ। ਮਤਲਬ ਤੁਸੀਂ ਕੀ ਲਿਖੋਗੇ? ਡਾਊਨ ਫਰੋਮ ਆਕਸੀਜਨ ਟੂ ਕਿਹੜਾ? ਟਲੇਨੀਅਮ, ਸਾਈਜ਼ increases। ਜੇ ਸਾਈਜ਼ ਇਨਕਰੀਜ਼ ਕਰਦਾ ਇਟ ਇੰਪਲਾਈਜ਼ ਬੌਂਡ ਲੈਂਥ increases। ਬੌਂਡ ਲੈਂਥ ਇਨਕਰੀਜ਼ ਕਰ ਗਈ। ਜੇ ਬੌਂਡ ਲੈਂਥ ਇਨਕਰੀਜ਼ ਕਰਦੀ ਹੈ ਇਹਦਾ ਮਤਲਬ easily bond will break। वेरी गुड। कि easily bond टूट जाएगी। जे easily bond टूट जाएगी ਇਹਦਾ ਮਤਲਬ ऑक्सीजन टू टलेनियम थर्मल
स्टेबिलिटी की हुई डिक्रीज, घटी। मतलब ऑक्सीजन वाला जिहड़ा वाटर वा ज्यादा थर्मली स्टेबल आ, H2S उन्ना घट स्टेबल आ, H2SE उन्ना घट ते H2TE उन्ना घट। ठीक है, थर्मल स्टेबिलिटी का ऑर्डर ए वाला आ। फिर अगे आंदे आ रिड्यूसिंग करैक्टर, लास्ट टॉपिक अज दा रिड्यूसिंग करैक्टर। इसे चीज का आ रिड्यूसिंग करैक्टर, इहदे नाल जुड़िया होया आ टॉपिक आ रिड्यूसिंग करैक्टर। रिड्यूसिंग करैक्टर मीन रिड्यूसिंग एजेंट का काम करने वाला। ठीक है, रिड्यूसिंग एजेंट मीन दूजे दी रिडक्शन कराने वाला। अपनी की कराऊगा ऑक्सीडेशन, दूजे दी की कराऊगा रिडक्शन। ठीक है, वाटर नू छड्ड के बाकी सारे जिहड़े आ रिड्यूसिंग एजेंट हुंदे आ। ठीक है, मतलब दूजियां दी रिडक्शन दा काम करदे आ। ठीक है, अपनी की कराउंदे आ ऑक्सीडेशन, दूजे दी की कराउंदे आ रिडक्शन। +1 दा टॉपिक आ रिड्यूसिंग ते रिडक्शन, जिहड़ा रिडक्शन ते सॉरी ऑक्सीडेशन ते रिडक्शन। ठीक है, रिड्यूसिंग करैक्टर हुण इत्थे मैं सिंपल भाषा दे विच पहला लिखदा कि रिड्यूसिंग करैक्टर इत्थे किहदे नाल जुड़िया होया, जो जल्दी H देवे, जो जल्दी H देवे। ठीक है, मतलब दूजे रिएक्शन नू जल्दी दूजे रिएक्टेंट नू जल्दी H प्रोवाइड करे। H प्रोवाइड करूगा तो इसदा मतलब ओदी की कराऊगा, ओदी की कराऊगा रिडक्शन। अपनी की कराऊगा ऑक्सीडेशन, ओदी कराऊगा रिडक्शन। जो जल्दी H देवे ओ स्ट्रॉन्ग की होगा रिड्यूसिंग एजेंट होगा। ठीक है, वो स्ट्रॉन्ग रिड्यूसिंग एजेंट होगा। आज चीज समझ लगी, जो जल्दी H देवे वो स्ट्रॉन्ग रिड्यूसिंग एजेंट होगा। हुण उपर वाले जिहड़ा ऑर्डर लिखिया सी ओनू ध्यान नाल देखो। थर्मल स्टेबिलिटी की आ कि जेड़ा जल्दी H नहीं दिंदा हैगा वो थर्मली ज्यादा स्टेबल आ। ਇਹਦਾ मतलब जो थर्मली लेस स्टेबल होएगा ओ जल्दी की देवेगा H देवेगा, वो जल्दी H रिलीज करेगा। ते जेड़ा जल्दी H रिलीज करेगा मतलब की होगा वो स्ट्रॉन्ग रिड्यूसिंग एजेंट होवेगा। ये चीज पता लगी। एदा मतलब रिड्यूसिंग करैक्टर का ऑर्डर की होगा H2O, फिर इस साइड H2S, फिर इस साइड H2SE, फिर इस साइड H2TE। मतलब H2TE जेड़ा है स्ट्रॉन्ग रिड्यूसिंग एजेंट होगा एज कंपेयर टू H2SE, फिर एज कंपेयर टू H2S, एज कंपेयर टू H2O। उम्मीद है कि आज दे टॉपिक सामने लग गए होने। वेरी वेरी इंपॉर्टेंट टॉपिक सीगे, पेपर दे विच क्वेश्चन इन्हां दे विच आउणा ही आउणा आ, 101% आउणा आ। ठीक है, पहला ग्रुप चंगी तरह समझ लो, अगले जेडे 17वां ग्रुप ते 18वां ग्रुप करना ईजी हो जाएगा। ठीक है, ते बाकी आ एक बारी ਇਹਦਾ ओवरव्यू देख लो। ओवरव्यू ਕਿਹੜਾ ਸੀਗਾ, ਪਹਿਲਾਂ ਬੌਂਡ ਐਂਗਲ ਦਾ ਆਰਡਰ ਦੇਖ ਲੈਂਦੇ ਆ। बॉन्ड एंगल ਦਾ ਆਰਡਰ, ਫਿਰ ਆਪਾਂ ਕਿਹੜਾ ਕੀਤਾ ਸੀਗਾ ਵੋਲਾਟਾਈਲ। ਠੀਕ ਹੈ, ਫਿਰ ਉਸ ਤੋਂ ਬਾਅਦ ਕਿਹੜਾ ਕੀਤਾ ਸੀ ਐਸਿਡਿਕ, ਫਿਰ ਉਸ ਤੋਂ ਬਾਅਦ ਕਿਹੜਾ ਕੀਤਾ ਸੀ ਥਰਮਲ, ਫਿਰ ਉਸ ਤੋਂ ਬਾਅਦ ਕਿਹੜਾ ਕੀਤਾ ਆ ਲਾਸਟ ਤੇ ਰਿਡਿਊਸਿੰਗ। ठीक है, H2O, H2S, H2SE, H2TE। ਇਹਦਾ ਬੌਂਡ ਐਂਗਲ ਸਭ ਤੋਂ ਵੱਡਾ, मतलब बॉन्ड एंगल घटी जाता है डाउन द ग्रुप। वोलाटाइल H2O ਜਿਹੜਾ ਆ ਲੈਸ ਵੋਲਾਟਾइल एज कंपेयर टू H2S। ठीक है, बाद ਦੇ ਵਿੱਚ H2, ठीक है, SE, H2TE। मतलब वोलाटाइल नेचर डाउन द ग्रुप ਜਿਹੜਾ ਆ ਘਟਦਾ ਆ क्योंकि साइज ਵੱਡਾ ਹੋਈ ਜਾਂਦਾ ਹੈ ਤੇ ਵੈਨ ਡਰ ਵਾਲ ਫੋਰਸਸ ਸਟਰੋਂਗ ਹੋਈ ਜਾਂਦੀਆਂ ਆ। SD ਕਰੈਕਟਰ
H2O is weak acid, H2S is ਉਹਦੇ ਨਾਲੋਂ strong, H2SC ਉਹਦੇ ਨਾਲੋਂ strong, H2TE। ਕਈ ਵੇਲੇ ਇਸ ਤਰ੍ਹਾਂ ਵੀ ਕੁਐਸਚਨ ਆ ਸਕਦਾ ਆ ਕਿ H2O ਤੇ H2S ਦੇ ਵਿੱਚੋਂ ਕਿਹੜਾ ਸਟਰੋਂਗ ਐਸਿਡ ਆ, ਫਿਰ ਰੀਜ਼ਨ ਇਹੀ ਵਾਲਾ ਲਿਖਣਾ ਜੋ ਪਹਿਲਾਂ ਇਹਨਾਂ ਸਾਰਿਆਂ ਦੇ ਲਈ ਆ, ਬਸ ਉੱਥੇ ਗੱਲ ਬਾਅਦ ਦੇ ਵਿੱਚ ਲਾਸਟ ਤੇ ਇੱਕ ਲਾਈਨ ਲਿਖ ਦੇਣੀ ਹੈ ਕਿ H2S is strong acid as compared to H2O। ਫਿਰ ਥਰਮਲ ਸਟੇਬਿਲਿਟੀ ਦੇ ਕੇਸ ਦੇ ਵਿੱਚ ਰਾਜੇ ਕੀ ਆ, ਆਰਡਰ H2O, H2S, H2SC, H2TE। ਠੀਕ ਹੈ, ਥਰਮਲੀ ਜਿਹੜਾ ਸਟੇਬਲ ਆ ਕੌਣ ਆ, ਵਾਟਰ ਜ਼ਿਆਦਾ ਸਟੇਬਲ ਆ, ਇਹ ਵਾਲਾ ਆਰਡਰ ਵਾ। ਰਿਡਿਊਸਿੰਗ ਕਰੈਕਟਰ ਦੇ ਵਿੱਚ ਇਹੀ ਆਰਡਰ ਰਿਵਰਸ ਹੋ ਜਾਂਦਾ। ਠੀਕ ਹੈ ਜੀ, ਉਮੀਦ ਹੈ ਕਿ ਟੌਪਿਕ ਸਮਝ ਲੱਗ ਗਏ ਹੋਣੇ ਆ। ਓਕੇ, ਥੈਂਕ ਯੂ।